ਸਤਿ ਸ਼੍ਰੀ ਅਕਾਲ ਜੀ। ਫਲਸਫੇ ਜ਼ਿੰਦਗੀ ਦੇ ਚੈਨਲ 'ਤੇ ਤੁਹਾਡਾ ਸਵਾਗਤ ਹੈ। ਅੱਜ ਦੀ ਕਹਾਣੀ ਬਲਵਿੰਦਰ ਸਿੰਘ ਦੀ ਹੈ। ਇਹ ਕਹਾਣੀ ਉਹਨਾਂ ਦੀ ਹੱਡਬੀਤੀ ਸੱਚੀ ਕਹਾਣੀ ਹੈ। ਜਿਵੇਂ ਉਹਨਾਂ ਨੇ ਦੱਸੀ ਹੈ ਉਸ ਤਰ੍ਹਾਂ ਹੀ ਲਿਖੀ। ਬਲਵਿੰਦਰ ਸਿੰਘ ਜੀ ਕਹਿੰਦੇ, ਅਸੀਂ 5 ਭਰਾ ਸੀ ਤੇ ਸਾਡੇ 3 ਭੈਣਾਂ ਸੀ। ਮੈਂ ਸਾਰੇ ਭੈਣ ਭਰਾਵਾਂ ਤੋਂ ਛੋਟਾ ਸੀ। ਮੈਂ ਉਦੋਂ 2 ਸਾਲ ਦਾ ਸੀ ਜਦੋਂ ਮੇਰੇ ਪਿਓ ਦੀ ਬੁਖਾਰ ਚੜ੍ਹਨ ਨਾਲ ਮੌਤ ਹੋ ਗਈ। ਮੇਰੀ ਦਾਦੀ ਦਾਦਾ ਵੀ ਨਹੀਂ ਸੀ ਤੇ ਨਾ ਹੀ ਮੇਰੇ ਪਿਓ ਦਾ ਕੋਈ ਹੋਰ ਭੈਣ ਭਰਾ ਸੀ। ਉਹ ਇਕੱਲਾ ਹੀ ਸੀ। ਸਾਡੇ ਕੋਲ ਜ਼ਮੀਨ ਖੁੱਲ੍ਹੀ ਸੀ। ਜਦੋਂ ਮੇਰੇ ਪਿਓ ਦਾ ਵਿਆਹ ਹੋਇਆ ਸੀ ਤਾਂ ਮੇਰੇ ਪਿਓ ਨੂੰ 70 ਕਿੱਲੇ ਜ਼ਮੀਨ ਆਉਂਦੀ ਸੀ। ਆਪਣੇ ਏਰੀਏ ਵਿੱਚ ਉਹਨਾਂ ਦਾ ਨਾਮ ਸੀ। ਮੇਰੀ ਮਾਂ ਵੀ ਬਹੁਤ ਸਮਝਦਾਰ ਔਰਤ ਸੀ ਤੇ ਉਹ ਬਹੁਤ ਚੰਗੇ ਖਾਨਦਾਨ ਤੇ ਉੱਚੇ ਘਰਾਣੇ ਟਿਕਾਣੇ ਦੀ ਸੀ। ਮੇਰੇ ਪਿਓ ਦੀ ਮੌਤ ਤੋਂ ਬਾਅਦ ਉਹਨੇ ਇਕੱਲੀ ਨੇ ਹੀ ਸਾਨੂੰ ਪਾਲਿਆ, ਸਾਂਭਿਆ ਤੇ ਪੜ੍ਹਾਇਆ ਲਿਖਾਇਆ। ਉਹ ਸਾਨੂੰ ਸਾਰੇ ਭਰਾਵਾਂ ਨੂੰ ਨਾਲ ਲੈ ਕੇ ਖੇਤ ਜਾਂਦੀ ਤੇ ਆਪਣੇ ਹੱਥੀਂ ਕੰਮ ਕਰਦੀ ਤੇ ਸਾਨੂੰ ਵੀ ਕੰਮ ਦਾ ਵੱਲ ਸਿਖਾਉਂਦੀ। ਉਹ ਆਪ ਟਰੈਕਟਰ 'ਤੇ ਬੈਠ ਕੇ ਜ਼ਮੀਨ ਵਾਹੁੰਦੀ, ਪੱਠੇ ਵੱਢਦੀ ਤੇ ਫਸਲ ਨੂੰ ਪਾਣੀ ਲਾਉਂਦੀ। ਸਾਡੀ ਮਾਂ ਨੇ ਬਹੁਤ ਕੰਮ ਕੀਤਾ। ਫਿਰ ਅਸੀਂ ਜਿਵੇਂ ਜਿਵੇਂ ਵੱਡੇ ਹੋਏ ਅਸੀਂ ਕੰਮ ਕਰਨ ਲੱਗ ਗਏ। ਸਾਡੀ ਮਾਂ ਨੇ ਸਾਡੇ ਨਾਲ ਖੇਤ ਆਉਣਾ ਤੇ ਉਹਨੇ ਖੇਤ ਵੱਟ 'ਤੇ ਬੈਠ ਜਾਣਾ ਤੇ ਅਸੀਂ 5 ਭਰਾਵਾਂ ਨੇ ਕੰਮ ਕਰਨਾ। ਅਸੀਂ 5 ਭਰਾਵਾਂ ਨੇ ਬਹੁਤ ਜ਼ਿਆਦਾ ਕੰਮ ਕੀਤਾ ਤੇ 70 ਕਿੱਲਿਆਂ ਤੋਂ 250 ਕਿੱਲੇ ਜ਼ਮੀਨ ਬਣਾਈ। ਫਿਰ ਜਿਵੇਂ ਅਸੀਂ ਵੱਡੇ ਹੋਏ ਸਾਡੇ ਸਾਰੇ ਭੈਣ ਭਰਾਵਾਂ ਦੇ ਮੇਰੀ ਮਾਂ ਨੇ ਵਿਆਹ ਕੀਤੇ। ਫਿਰ ਸਾਨੂੰ ਸਾਰੇ ਭਰਾਵਾਂ ਨੂੰ ਅਲੱਗ-ਅਲੱਗ ਘਰ ਬਣਾ ਕੇ ਦਿੱਤੇ। ਦੂਜੇ ਭਰਾਵਾਂ ਨੂੰ ਸਮਾਂ ਪੈਣ 'ਤੇ ਅਲੱਗ ਕਰ ਦਿੱਤਾ। ਮੈਂ ਸਭ ਤੋਂ ਛੋਟਾ ਸੀ। ਮਾਂ ਮੇਰੇ ਨਾਲ ਸੀ। ਮੇਰੇ ਵਿਆਹ ਤੋਂ ਬਾਅਦ ਮੇਰੇ ਘਰ ਇੱਕ ਮੁੰਡਾ ਹੋਇਆ। ਮੈਂ ਉਸ ਦਾ ਨਾਮ ਰਣਜੀਤ ਸਿੰਘ ਰੱਖਿਆ। ਮੇਰੀ ਮਾਂ ਨੇ ਬਹੁਤ ਜ਼ੋਰ ਲਾਇਆ ਕਿ ਇੱਕ ਬੱਚਾ ਹੋਰ ਲੈ ਲਓ, ਪਰ ਉਸ ਵਕਤ ਮੈਂ ਆਪਣੀ ਮਾਂ ਦੀ ਗੱਲ ਨਾ ਮੰਨੀ, ਜਿਸ ਦਾ ਮੈਨੂੰ ਅੱਜ ਤੱਕ ਵੀ ਪਛਤਾਵਾ ਹੈ। ਫਿਰ ਸਾਰਿਆਂ ਦੇ ਖਰਚੇ ਵੱਧ ਗਏ ਤੇ ਮਾਂ ਨੇ ਸਾਨੂੰ ਜ਼ਮੀਨ ਵੰਡ ਦਿੱਤੀ। ਸਾਨੂੰ 50-50 ਕਿੱਲੇ ਜ਼ਮੀਨ ਆਈ। ਜਦੋਂ ਜ਼ਮੀਨ ਵੰਡੀ ਤਾਂ ਮੇਰੀ ਮਾਂ ਨੇ ਸਾਨੂੰ ਸਾਰਿਆਂ ਨੂੰ ਕੋਲ ਬਿਠਾ ਕੇ ਆਖਿਆ, ਇਸ ਜ਼ਮੀਨ ਨੂੰ ਤੁਸੀਂ ਵੇਚਣਾ ਨਹੀਂ। ਸਿਆਣੇ ਕਹਿੰਦੇ ਆ, ਜਿਹੋ ਜਿਹੀ ਜ਼ਮੀਨ ਵੇਚ ਦਿੱਤੀ ਉਹੋ ਜਿਹੀ ਮਾਂ ਵੇਚ ਦਿੱਤੀ। ਪਰ ਅਸੀਂ ਵੀ ਬਹੁਤ ਜ਼ਿਆਦਾ ਮਿਹਨਤ ਕਰਕੇ ਜ਼ਮੀਨ ਬਣਾਈ ਸੀ। ਅਸੀਂ ਜ਼ਮੀਨ ਵੇਚਣ ਦੇ ਹੱਕ ਵਿੱਚ ਨਹੀਂ ਸੀ। ਕੁਝ ਟਾਈਮ ਬਾਅਦ ਮਾਂ ਦੀ ਵੀ ਮੌਤ ਹੋ ਗਈ। ਚਲੋ ਜੀ, ਇੱਦਾਂ ਹੀ ਟਾਈਮ ਲੰਘਦਾ ਗਿਆ। ਮੁੰਡਾ ਵੱਡਾ ਹੋਇਆ ਤੇ ਉਹਨੂੰ ਸ਼ਹਿਰ ਵਿੱਚ ਵਧੀਆ ਸਕੂਲ ਵਿੱਚ ਪੜ੍ਹਨ ਲਾ ਦਿੱਤਾ। ਸਾਡੀ ਜ਼ਿੰਦਗੀ ਬਹੁਤ ਵਧੀਆ ਬਤੀਤ ਹੋ ਰਹੀ ਸੀ। ਅਸੀਂ ਮਨ ਭਾਉਂਦਾ ਖਾਂਦੇ ਤੇ ਮਨ ਭਾਉਂਦਾ ਪਾਉਂਦੇ। ਵਧੀਆ ਘਰ, ਗੱਡੀਆਂ, ਟਰੈਕਟਰ ਤੇ ਹਰ ਇੱਕ ਤਰ੍ਹਾਂ ਦਾ ਸੰਦ ਸਾਡੇ ਘਰ ਵਿੱਚ ਸੀ। ਸਭ ਕੁਝ ਹੁੰਦਿਆਂ ਹੋਇਆਂ ਅਸੀਂ ਰੱਬ ਨੂੰ ਕਦੇ ਵੀ ਨਹੀਂ ਭੁੱਲੇ ਸੀ। ਅਸੀਂ ਦੋਵੇਂ ਜੀ ਗੁਰਦੁਆਰੇ ਜਾਂਦੇ, ਪਾਠ ਕਰਦੇ, ਹਰ ਇੱਕ ਲੋੜਵੰਦ ਦੀ ਸਹਾਇਤਾ ਕਰਦੇ। ਅਸੀਂ ਦੋਹੇ ਪਤੀ ਪਤਨੀ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ ਸੀ ਤੇ ਨਾ ਹੀ ਸੋਚਿਆ ਸੀ। ਪਰ ਪਤਾ ਨਹੀਂ ਸਾਨੂੰ ਕਿਹੜੇ ਕਰਮਾਂ ਦੀ ਸਜ਼ਾ ਮਿਲੀ। ਮੇਰਾ ਮੁੰਡਾ ਵੱਡਾ ਹੋਇਆ ਤੇ ਉਹ 10ਵੀਂ ਜਮਾਤ ਪੂਰੀ ਕਰਨ ਤੋਂ ਬਾਅਦ ਉਸਨੇ ਕਾਲਜ ਵਿੱਚ ਦਾਖਲਾ ਲੈ ਲਿਆ। ਪਹਿਲਾਂ ਮੇਰਾ ਮੁੰਡਾ ਬਹੁਤ ਆਗਿਆਕਾਰੀ ਸੀ। ਉਹ ਸ਼ਰਾਬ, ਮੀਟ ਜਾਂ ਕਿਸੇ ਤਰ੍ਹਾਂ ਦੇ ਨਸ਼ੇ ਨੂੰ ਹੱਥ ਤੱਕ ਨਹੀਂ ਲਾਉਂਦਾ ਸੀ ਤੇ ਨਾ ਹੀ ਸਾਡੇ ਘਰ ਵਿੱਚ ਕੋਈ ਨਸ਼ਾ, ਮੀਟ, ਸ਼ਰਾਬ ਖਾਂਦਾ ਪੀਂਦਾ ਸੀ। ਕਾਲਜ ਵਿੱਚ ਜਾ ਕੇ ਮੁੰਡਾ ਗਲਤ ਸੰਗਤ ਵਿੱਚ ਪੈ ਗਿਆ। ਮੈਨੂੰ ਜਦੋਂ ਪਤਾ ਲੱਗਾ ਤਾਂ ਮੈਂ ਉਸ ਨੂੰ ਬਹੁਤ ਸਮਝਾਇਆ, ਪਰ ਉਹ ਮੇਰੀ ਗੱਲ ਮੰਨਣ ਨੂੰ ਤਿਆਰ ਨਾ ਹੁੰਦਾ। ਉਹ ਮੈਨੂੰ ਅੱਗੋਂ ਹਮੇਸ਼ਾ ਇਹੀ ਕਹਿੰਦਾ, ਤੈਨੂੰ ਕੌਣ ਕਹਿੰਦਾ ਹੈ ਕਿ ਮੈਂ ਨਸ਼ਾ ਕਰਦਾ। ਬਸ ਇਸ ਤਰ੍ਹਾਂ ਹੀ ਉਹਨੇ 12 ਜਮਾਤਾਂ ਪੜ੍ਹ ਲਈਆਂ। ਫਿਰ ਮੈਂ ਉਸ ਨੂੰ ਪੜ੍ਹਨੋਂ ਹਟਾ ਲਿਆ। ਫਿਰ ਮੈਂ ਉਸ ਦਾ 20 ਕੁ ਸਾਲਾਂ ਦੇ ਦਾ ਹੀ ਵਿਆਹ ਕਰ ਦਿੱਤਾ, ਇਹ ਸੋਚ ਕੇ ਕਿ ਸ਼ਾਇਦ ਸੁਧਰ ਜਾਏਗਾ ਜਦੋਂ ਸਿਰ 'ਤੇ ਕਬੀਲਦਾਰੀ ਪਏਗੀ। ਪਰ ਉਹ ਮੇਰੀ ਸਭ ਤੋਂ ਵੱਡੀ ਗਲਤੀ ਸੀ।
ਸ਼ਾਇਦ ਮੈਨੂੰ ਉਸ ਦਾ ਵਿਆਹ ਨਹੀਂ ਕਰਨਾ ਚਾਹੀਦਾ ਸੀ। ਉਸ ਧੀ ਦਾ ਪਾਪ ਮੈਨੂੰ ਆਪਣੇ ਸਿਰ ਨਹੀਂ ਲੈਣਾ ਚਾਹੀਦਾ ਸੀ। ਫਿਰ ਮੇਰੀ ਨੌਂ ਦੇ ਘਰ ਮੁੰਡਾ ਹੋਇਆ। ਅਸੀਂ ਖੁਸ਼ ਸੀ, ਚਲੋ ਬੂਟਾ ਲੱਗ ਗਿਆ, ਸ਼ਾਇਦ ਹੁਣ ਹੀ ਸੁਧਰ ਜਾਏਗਾ। ਪਰ ਨਹੀਂ, ਉਹ ਦਿਨ ਪਰ ਦਿਨ ਵੱਧਦਾ ਹੀ ਗਿਆ। ਜੇ ਪੈਸੇ ਨਾ ਦੇਣੇ ਤਾਂ ਘਰੇ ਕੁੱਟਮਾਰ ਕਰਿਆ ਕਰੇ। ਅਸੀਂ ਬਹੁਤ ਦੁਖੀ ਹੋ ਗਏ। ਅਸੀਂ ਉਸ ਨੂੰ ਨਸ਼ਾ ਛੁਡਾਊ ਸੈਂਟਰ ਵਿੱਚ ਜਮ੍ਹਾਂ ਕਰਾ ਦਿੱਤਾ। 3 ਮਹੀਨੇ ਉੱਥੇ ਰੱਖਿਆ। ਜਦੋਂ ਘਰ ਆਇਆ 1 ਮਹੀਨੇ ਬਾਅਦ ਫਿਰ ਉਹੀ ਹਾਲ। ਪਰ ਮੇਰੀ ਨੌਂ ਬਹੁਤ ਚੰਗੀ ਲੜਕੀ ਸੀ। ਉਹ ਸਾਨੂੰ ਜਾਂ ਮੇਰੇ ਮੁੰਡੇ ਨੂੰ ਛੱਡ ਕੇ ਨਹੀਂ ਗਈ। ਪਰ ਰਣਜੀਤ ਵੱਧਦਾ ਹੀ ਗਿਆ। ਉਹ ਮੇਰਾ ਨਾਮ ਲੈ ਕੇ ਲੋਕਾਂ ਤੋਂ ਪੈਸੇ ਮੰਗ ਲੈਂਦਾ ਤੇ ਜਦੋਂ ਮੈਨੂੰ ਪਤਾ ਲੱਗਦਾ ਤਾਂ ਮੈਂ ਪੈਸੇ ਘਰ ਦੇ ਕੇ ਆਉਂਦਾ ਤੇ ਨਾਲੇ ਮਾਫ਼ੀ ਮੰਗਦਾ। ਅਸੀਂ ਸਾਰਾ ਪਰਿਵਾਰ ਉਸ ਤੋਂ ਬਹੁਤ ਦੁਖੀ ਹੋ ਗਏ। ਫਿਰ ਅਸੀਂ ਸੋਚਿਆ ਇਸ ਨੂੰ ਬਾਹਰ ਕੱਢ ਦਿੰਦੇ ਹਾਂ, ਆਪੇ ਧੱਕੇ ਖਾਂਦਾ ਫਿਰੇਗਾ। ਜਦੋਂ ਮਿਹਨਤ ਕਰਕੇ ਖਾਏਗਾ ਤਾਂ ਅਕਲ ਟਿਕਾਣੇ ਆ ਜਾਏਗੀ। ਪਰ ਨਹੀਂ, ਉਸ ਦਾ ਬਾਹਰ ਦਾ ਕੰਮ ਵੀ ਨਾ ਬਣਿਆ। ਉਹ ਘਰੋਂ ਚੀਜ਼ਾਂ ਚੱਕ ਕੇ ਵੇਚ ਦਿੰਦਾ। ਅਸੀਂ ਹਰ ਵਕਤ ਘਰ ਹੀ ਰਹਿਣਾ, ਕਿਤੇ ਬਾਹਰ ਜਾਣ ਜੋਗੇ ਨਾ ਰਹਿ ਗਏ। ਉਸ ਨੇ ਚੋਰੀ ਗੱਡੀ ਵੇਚ ਦਿੱਤੀ, ਖੇਤ ਵਿੱਚ ਖੜਾ ਟਰੈਕਟਰ ਵੇਚ ਦਿੱਤਾ, ਮੋਟਰਸਾਈਕਲ ਵੇਚ ਦਿੱਤਾ। ਜਿੰਨੇ ਸੰਦ ਸੀ ਸਾਰੇ ਇੱਕ ਇੱਕ ਕਰਕੇ ਵੇਚ ਦਿੱਤੇ। ਅਸੀਂ ਬਹੁਤ ਰੋਣਾ ਰੱਬ ਅੱਗੇ, ਰੱਬ ਨੂੰ ਤਾਹਨੇ ਦੇਣੇ ਕਿ ਰੱਬਾ, ਜੇ ਇਹੋ ਜਿਹਾ ਪੁੱਤ ਦੇਣਾ ਸੀ ਤਾਂ ਨਾ ਦਿੰਦਾ, ਇਹਦੇ ਨਾਲੋਂ ਤਾਂ ਇੱਕ ਧੀ ਦੇ ਦਿੰਦਾ। ਫਿਰ ਉਸਨੇ ਲੋਕਾਂ ਤੋਂ ਇੰਨਾ ਜ਼ਿਆਦਾ ਪੈਸਾ ਲੈ ਲਿਆ ਕਿ ਲੋਕ ਸਾਡੇ ਦਿਨ ਚੜ੍ਹਦੇ ਸਾਰ ਬੂਹੇ ਅੱਗੇ ਖੜ੍ਹੇ ਹੁੰਦੇ ਪੈਸੇ ਲੈਣ ਲਈ। ਜਿੰਨੀ ਫਸਲ ਹੁੰਦੀ ਉਹ ਤਾਂ ਉਹੀ ਖਾ ਜਾਂਦਾ। ਤੇ ਫਿਰ ਹੌਲੀ ਹੌਲੀ ਉਸਨੇ ਜ਼ਮੀਨ ਵੇਚਣੀ ਸ਼ੁਰੂ ਕਰ ਦਿੱਤੀ। 5 ਸਾਲਾਂ ਵਿੱਚ ਉਸਨੇ 20 ਕਿੱਲੇ ਜ਼ਮੀਨ ਵੇਚ ਦਿੱਤੀ। ਮੈਂ ਦੁਖੀ ਹੋ ਕੇ ਇਹੀ ਕਹਿਣਾ, ਰੱਬਾ ਇਸ ਨੂੰ ਚੱਕ ਲੈ, ਨਹੀਂ ਚਾਹੀਦਾ ਇਹੋ ਜਿਹਾ ਪੁੱਤ ਮੈਨੂੰ। ਪਰ ਜਿਸ ਨੂੰ ਰੱਬ ਨੇ ਭੇਜਿਆ ਹੀ ਦੁੱਖ ਦੇਣ ਵਾਸਤੇ ਸੀ, ਉਸ ਨੂੰ ਰੱਬ ਨੇ ਲਿਜਾ ਕੇ ਵੀ ਕੀ ਕਰਨਾ ਸੀ। ਬਸ ਇੱਦਾਂ ਹੀ ਨਸ਼ੇ ਰਾਹੀਂ ਉਸਨੇ ਸਾਰੇ ਸੰਦ, ਮੋਟਰਸਾਈਕਲ, ਗੱਡੀ, ਇੱਥੋਂ ਤੱਕ ਕਿ ਸਾਈਕਲ ਵੀ ਵੇਚ ਦਿੱਤਾ। ਘਰ ਵਿੱਚ ਕੋਈ ਚੀਜ਼ ਸਾਹਮਣੇ ਪਈ ਹੋਣੀ ਉਹ ਵੇਚ ਦੇਣੀ। ਇੱਥੋਂ ਤੱਕ ਕਿ ਉਸਨੇ ਖਾਣ ਵਾਸਤੇ ਰੱਖੀ ਹੋਈ ਕਣਕ ਵੀ ਵੇਚ ਦਿੱਤੀ ਤੇ ਅਸੀਂ ਮੁੱਲ ਦਾ ਆਟਾ ਲਿਆ ਕੇ ਖਾਣਾ। ਫਿਰ ਉਹਨੇ ਮੇਰੀ ਮਿਹਨਤ ਨਾਲ ਬਣਾਈ ਹੋਈ ਸਾਰੀ ਜ਼ਮੀਨ ਵੇਚ ਦਿੱਤੀ। ਅੱਜ ਮੇਰੇ ਕੋਲ 50 ਕਿੱਲਿਆਂ ਤੋਂ ਸਿਰਫ 1 ਕਿੱਲਾ ਜ਼ਮੀਨ ਰਹਿ ਗਈ। ਅਸੀਂ ਰੋਟੀ ਤੋਂ ਵੀ ਤੰਗ ਹੋ ਗਏ। ਸਰਦਾਰ ਘਰ ਦੀ ਮੇਰੀ ਨੌਂ ਅੱਜ ਸਾਡੇ ਨਾਲ ਰੁਲ ਰਹੀ ਹੈ। ਮੈਂ ਉਸ ਨੂੰ ਬਹੁਤ ਕਿਹਾ ਸੀ ਕਿ ਤੂੰ ਬੇਟਾ ਇਸ ਨੂੰ ਛੱਡ ਕੇ ਆਪਣੇ ਪੇਕੇ ਚਲੀ ਜਾ, ਪਰ ਉਹ ਨਹੀਂ ਗਈ। ਉਹ ਹਮੇਸ਼ਾ ਇਹੀ ਕਹਿੰਦੀ ਕਿ ਮੇਰੇ ਕਰਮਾਂ ਦੇ ਵਿੱਚ ਹੀ ਸ਼ਾਇਦ ਇਹ ਕੁਝ ਸੀ। ਜੇ ਮੈਂ ਤੁਹਾਨੂੰ ਛੱਡ ਕੇ ਚਲੀ ਜਾਵਾਂ, ਜਾਂ ਕਿਤੇ ਹੋਰ ਵਿਆਹ ਕਰਾ ਲਵਾਂ, ਜੇ ਅੱਗੋਂ ਵੀ ਇਹੋ ਜਿਹਾ ਹੀ ਹੋਇਆ ਤਾਂ ਫਿਰ ਮੈਂ ਤੁਹਾਨੂੰ ਛੱਡ ਕੇ ਕਿਤੇ ਨਹੀਂ ਜਾਣਾ। ਇਸ ਦੇ ਵਿੱਚ ਤੁਹਾਡਾ ਕੋਈ ਕਸੂਰ ਨਹੀਂ, ਮੇਰੀ ਕਿਸਮਤ ਹੀ ਮਾੜੀ ਸੀ। ਪਰ ਜਦੋਂ ਸਾਰਾ ਕੁਝ ਖਤਮ ਹੋ ਗਿਆ ਤਾਂ ਰਣਜੀਤ ਦੇ ਦਿਲ 'ਤੇ ਪਤਾ ਨਹੀਂ ਕੀ ਠੋਕਰ ਵੱਜੀ ਤੇ ਉਸ ਨੇ ਅੱਜ ਆਪਣੇ ਆਪ ਸਾਰਾ ਨਸ਼ਾ ਛੱਡ ਦਿੱਤਾ ਤੇ ਆਪਣੀਆਂ ਕੀਤੀਆਂ ਹੋਈਆਂ ਗਲਤੀਆਂ ਲਈ ਬਹੁਤ ਰੋਂਦਾ ਹੈ ਤੇ ਕਦੇ ਮੇਰੇ ਤੋਂ ਤੇ ਕਦੇ ਆਪਣੀ ਮਾਂ ਤੋਂ ਤੇ ਕਦੇ ਆਪਣੀ ਪਤਨੀ ਤੋਂ ਮਾਫੀਆਂ ਮੰਗਦਾ ਰਹਿੰਦਾ ਹੈ। ਪਰ ਮੈਨੂੰ ਸਮਝ ਨਹੀਂ ਆਉਂਦੀ ਮੈਂ ਉਸ ਨੂੰ ਮਾਫ਼ ਕਰਾਂ ਜਾਂ ਨਾ, ਕਿਉਂਕਿ ਅੱਜ ਅਸੀਂ ਜਿਸ ਹਾਲਤ ਵਿੱਚ ਵੀ ਹਾਂ ਉਹਦੀ ਵਜ੍ਹਾ ਕਰਕੇ ਹੀ ਹਾਂ। ਚਿੱਟੇ ਕੱਪੜੇ ਪਾ ਕੇ ਗੱਡੀਆਂ ਵਿੱਚ ਬਹਿਣ ਵਾਲਾ ਮੈਂ ਅੱਜ ਸਾਈਕਲ ਜੋਗਾ ਵੀ ਨਹੀਂ ਰਹਿ ਗਿਆ। ਮੈਂ ਤਾਂ ਰੱਬ ਅੱਗੇ ਇਹੀ ਅਰਦਾਸ ਕਰਦਾ ਰਹਿੰਦਾ ਹਾਂ ਕਿ ਹੇ ਪਰਮਾਤਮਾ, ਇਹੋ ਜਿਹੀ ਔਲਾਦ ਨਾਲੋਂ ਤਾਂ ਬੇ ਔਲਾਦ ਹੀ ਰੱਖ ਲਈ। ਫਿਰ
ਕਦੇ-ਕਦੇ ਮੈਨੂੰ ਆਪਣੀ ਮਾਂ ਦੀ ਕਹੀ ਹੋਈ ਗੱਲ ਯਾਦ ਆਉਂਦੀ ਹੈ, ਜਦੋਂ ਮੇਰੀ ਮਾਂ ਕਹਿੰਦੀ ਸੀ ਕਿ ਤੁਸੀਂ ਇੱਕ ਬੱਚਾ ਹੋਰ ਲੈ ਲਓ, ਪਰ ਅਸੀਂ ਉਸ ਦੀ ਗੱਲ ਨਹੀਂ ਮੰਨੀ। ਜੇ ਮਾਂ ਦੀ ਗੱਲ ਮੰਨ ਲਈ ਹੁੰਦੀ ਤਾਂ ਅਸੀਂ ਅੱਜ ਇੰਨਾ ਦੁਖੀ ਵੀ ਨਾ ਹੁੰਦੇ। ਪਰ ਕਹਿੰਦੇ ਆ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਧਾ ਬਾਅਦ ਵਿੱਚ ਪਤਾ ਚੱਲਦਾ ਹੈ। ਕਹਾਣੀ ਸੁਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਤੁਸੀਂ ਕਮੈਂਟ ਰਾਹੀਂ ਜ਼ਰੂਰ ਦੱਸਣਾ।